ਅੱਜ ਅਸੀਂ ਉਪਦੇਸ਼ ਸਿਰਲੇਖ ਪਿਤਾ ਆਨਸੰਗ ਹੋਂਗ ਦੂਸਰੀ ਵਾਰ ਆਏ ਮਸੀਹੀ ਪਰਮੇਸ਼ਵਰ ਹਨ ਅਤੇ ਉਪਦੇਸ਼ ਸਿਰਲੇਖ ਮਸੀਹ ਆਨਸੰਗ ਹੋਂਗ ਪਰਮੇਸ਼ਵਰ ਹਨ ਕਿਉਂਕਿ ਉਹ ਮਲਕੀਸਦਕ ਦੀ ਪਦਵੀ ਉੱਤੇ ਮਹਾਜਾਜਕ ਦੇ ਰੂਪ ਵਿੱਚ ਆਏ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਨ ਜਾ ਰਹੇ ਹਾਂ। ਮਸੀਹ ਆਨਸੰਗ ਹੋਂਗ ਦੂਸਰੀ ਵਾਰ ਆਉਣ ਵਾਲੇ ਮਸੀਹ ਅਤੇ ਸਾਡੇ ਪਰਮੇਸ਼ਵਰ ਹਨ ਜੋ ਇਸ ਧਰਤੀ ਉੱਤੇ ਆਏ ਹਨ। ਫਿਰ ਕਿਸ ਸਬੂਤ ਦੁਆਰਾ ਅਸੀਂ ਇਸ ਸੱਚਾਈ ਦੀ ਗਵਾਹੀ ਦੇ ਸਕਦੇ ਹਾਂ ਕਿ ਮਸੀਹੀ ਆਨਸੰਗ ਹੋਂਗ ਪਰਮੇਸ਼ਵਰ ਹਨ ਜੋ ਧਰਤੀ ਉੱਤੇ ਆਏ? ਜੇਕਰ ਕੋਈ ਸਰਕਾਰੀ ਏਜੰਸੀ ਤੁਹਾਡੀ ਰਾਸ਼ਟਰੀਅਤਾ ਦੀ ਜਾਂਚ ਕਰਨਾ ਚਾਹੁੰਦੀ ਹੈ ਕਿਉਂਕਿ ਤੁਸੀਂ ਇੱਕ ਵਿਦੇਸ਼ੀ ਲੱਗਦੇ ਹੋ, ਫਿਰ ਤੁਹਾਨੂੰ ਉਹਨਾਂ ਨੂੰ ਕੀ ਦਿਖਾਉਣ ਦੀ ਜ਼ਰੂਰਤ ਹੋਵੇਗੀ? ਤੁਹਾਨੂੰ ਆਪਣਾ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਦਿਖਾਉਣ ਦੀ ਜ਼ਰੂਰਤ ਹੋਵੇਗੀ, ਹੈ ਨਾ? ਬਹੁਤ ਸਾਰੇ ਲੋਕ ਸਾਨੂੰ ਪੁੱਛਦੇ ਹਨ, ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਮਸੀਹੀ ਆਨਸੰਗ ਹੋਂਗ ਪਰਮੇਸ਼ਵਰ ਹਨ? ਫਿਰ ਅਸੀਂ ਉਹਨਾਂ ਨੂੰ ਇਹ ਸਮਝਾਉਣ ਲਈ ਕਿ ਉਹ ਪਰਮੇਸ਼ਵਰ ਹਨ ਕਿਹੜੇ ਸਬੂਤ ਦਾ ਇਸਤੇਮਾਲ ਕਰ ਸਕਦੇ ਹਾਂ? ਕਿ ਇਸ ਦਾ ਉੱਤਰ ਯਹੂਨਾ ਅਧਿਆਇ 5:39 ਵਿੱਚ ਨਹੀਂ ਮਿਲਦਾ। ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਹਨਾਂ ਵਿੱਚ ਸਾਨੂੰ ਸਦੀਪਕ ਜਿਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਇਹੋ ਹਨ। ਬਾਈਬਲ ਉਹ ਪਹਿਚਾਣ ਪੱਤਰ ਹੈ ਜਿਸ ਦੀ ਵਰਤੋਂ ਪਰਮੇਸ਼ਵਰ ਆਪਣੀ ਪਹਿਚਾਣ ਸਾਬਤ ਕਰਨ ਲਈ ਕਰਦੇ ਹਨ। ਕਿ ਤੁਹਾਡੇ ਪਹਿਚਾਣ ਪੱਤਰ ਵਿੱਚ ਤੁਹਾਡਾ ਪਤਾ ਅਤੇ ਸਰਕਾਰ ਦੁਆਰਾ ਦਿੱਤਾ ਗਿਆ ਤੁਹਾਡਾ ਪਛਾਣ ਨੰਬਰ ਨਹੀਂ ਹੈ? ਇਸ ਵਿੱਚ ਤੁਹਾਡੀ ਜਨਮ ਤਾਰੀਖ ਤੇ ਤੁਹਾਡੀ ਤਸਵੀਰ ਹੁੰਦੀ ਹੈ। ਅੱਜ ਆਓ ਅਸੀਂ ਇਸ ਪ੍ਰਸ਼ਨ ਦਾ ਉੱਤਰ ਲੱਭੀਏ ਕਿ ਮਸੀਹੀ ਆਨਸੰਗ ਹੋਂਗ ਪਰਮੇਸ਼ਵਰ ਹਨ। ਆਓ ਅਸੀਂ ਬਾਈਬਲ ਦੇ ਰਾਹੀਂ ਇਸ ਗੱਲ ਦੀ ਪੁਸ਼ਟੀ ਕਰੀਏ। ਜਦੋਂ ਯਿਸੂ 2000 ਸਾਲ ਪਹਿਲਾਂ ਆਏ, ਫਿਰ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਤੇਰਾ ਪਿਤਾ ਤਰਖਾਣ ਨਹੀਂ ਅਤੇ ਕਿ ਤੇਰੀ ਮਾਤਾ ਮਰੀਮ ਨਹੀਂ, ਫਿਰ ਤੂੰ ਕਿਵੇਂ ਕਹਿੰਦਾ ਹੈ ਕਿ ਮੈਂ ਸਵਰਗ ਤੋਂ ਉਤਰਿਆ ਹਾਂ? ਉਹ ਯਿਸੂ ਨੂੰ ਬਹੁਤ ਸ਼ੱਕ ਅਤੇ ਸ਼ੰਕਾ ਨਾਲ ਦੇਖਦੇ ਸਨ। ਜਦੋਂ ਵੀ ਉਹਨਾਂ ਨੇ ਆਪਣਾ ਸ਼ੱਕ ਪ੍ਰਗਟ ਕੀਤਾ, ਯਿਸੂ ਨੇ ਬਾਈਬਲ ਦੀਆਂ ਸਿੱਖਿਆਵਾਂ ਦੇ ਰਾਹੀਂ ਆਪਣੀ ਪਹਿਚਾਣ ਪ੍ਰਗਟ ਕੀਤੀ। ਜਦੋਂ ਯਹੂਨਾ ਬਪਤਿਸਮਾ ਦੇਣ ਵਾਲਾ ਜੇਲ੍ਹ ਵਿੱਚ ਸੀ ਅਤੇ ਇਸ ਸੰਸਾਰ ਨੂੰ ਛੱਡਣ ਵਾਲਾ ਸੀ, ਫਿਰ ਉਸਨੇ ਯਿਸੂ ਦੇ ਕੋਲ ਆਪਣੇ ਚੇਲਿਆਂ ਨੂੰ ਇਹ ਪੁੱਛਣ ਭੇਜਿਆ ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ? ਇਹ ਕਹਿੰਦੇ ਹੋਏ ਸਾਫ਼ ਉੱਤਰ ਦੇਣ ਦੀ ਬਜਾਏ ਕਿ ਮੈਂ ਮਸੀਹੀ ਹਾਂ, ਯਿਸੂ ਨੇ ਮਸੀਹੀ ਬਾਰੇ ਯਸ਼ਾਇਆ ਦੀ ਕਿਤਾਬ ਦੀ ਭਵਿੱਖਬਾਣੀ ਨੂੰ ਦੱਸਿਆ। ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ, ਬੋਲੇ ਸੁਣਦੇ ਹਨ, ਲੰਗੇ ਤੁਰਦੇ ਹਨ ਅਤੇ ਅੰਨੇ ਸੁਜਾਖੇ ਹੁੰਦੇ ਹਨ। ਅੱਜ ਵੀ ਅਸੀਂ ਆਪਣੇ ਆਪ ਦੀ ਗਵਾਹੀ ਨਹੀਂ ਦਿੰਦੇ ਕਿ ਮਸੀਹੀ ਆਨਸੰਗ ਹੋਂਗ ਦੂਸਰੀ ਵਾਰ ਆਏ ਮਸੀਹੀ ਪਰਮੇਸ਼ਵਰ ਹਨ ਜੋ ਇਸ ਯੁੱਗ ਵਿੱਚ ਧਰਤੀ ਉੱਤੇ ਆਏ ਹਨ। ਅਸੀਂ ਸਿਰਫ ਉਹਨਾਂ ਵਚਨਾਂ ਨੂੰ ਪਹੁੰਚਾਉਂਦੇ ਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਖੁਦ ਸਾਨੂੰ ਸਿਖਾਇਆ ਹੈ। ਫਿਰ ਬਾਈਬਲ ਇਸ ਯੁੱਗ ਵਿੱਚ ਮਸੀਹੀ ਆਨਸੰਗ ਹੋਂਗ ਬਾਰੇ ਕੀ ਗਵਾਹੀ ਦਿੰਦੀ ਹੈ? ਆਓ ਜ਼ਬੂਰਾਂ ਦੀ ਪੋਥੀ ਦੀ ਕਿਤਾਬ ਅਧਿਆਇ 110 ਵਚਨ 1 ਦੇਖੀਏ। ਯਹੋਵਾ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤਿਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਦਿਆਂ। ਆਓ ਆਇਤ 2 ਵਿੱਚ ਮੇਰੇ ਪ੍ਰਭੂ ਅਤੇ ਯਹੋਵਾ ਬਾਰੇ ਪੜ੍ਹਨਾ ਜਾਰੀ ਰੱਖੀਏ। ਯਹੋਵਾ ਤੇਰੇ ਬਲ ਦੀ ਆਸਾ ਸਿਯੋਨ ਵਿੱਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ। ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ। ਤੜਕੇ ਦੀ ਕੁੱਖੋਂ ਤੇਰੇ ਜਵਾਨ ਤੇਰੇ ਲਈ ਤਰੇਲ ਵਰਗੇ ਹਨ। ਯਹੋਵਾ ਨੇ ਸੋ ਖਾਦੀ ਅਤੇ ਉਹ ਨਹੀਂ ਮੁਕਰੇਗਾ। ਤੂੰ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਕੀ ਹੈ? ਸਦਾ ਤੀਕ ਦਾ ਜਾਜਕ ਹੈ। ਬਾਈਬਲ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਯਹੋਵਾ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ, ਤੂੰ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈ। ਫਿਰ ਆਓ ਅਸੀਂ ਇੱਥੇ ਦੱਸੇ ਗਏ ਪ੍ਰਭੂ ਬਾਰੇ ਜਾਣੀਏ। ਆਓ ਅਸੀਂ ਮਤੀ ਦੀ ਇੰਜੀਲ ਅਧਿਆਇ 22 ਵਚਨ 43 ਉੱਤੇ ਜਾਈਏ। ਉਸਨੇ ਉਹਨਾਂ ਨੂੰ ਕਿਹਾ, ਫਿਰ ਦਾਊਦ ਆਤਮਾ ਦੇ ਰਾਹੀਂ ਕਿ ਕੁਰ ਉਹਨੂੰ ਪ੍ਰਭੂ ਆਖਦਾ ਹੈ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ
ਯੀਸ਼ੂ ਕਿਹੜੇ ਹਿੱਸੇ ਦਾ ਵਰਣਨ ਕਰ ਰਹੇ ਹਨ? ਜ਼ਬੂਰਾਂ ਦੀ ਪੋਥੀ ਅਧਿਆਏ 110 ਦੇ ਵਚਨ ਨੂੰ ਸਿੱਧਾ ਦੱਸਦੇ ਹੋਏ ਯੀਸ਼ੂ ਆਪਣੇ ਬਾਰੇ ਸਮਝਾ ਰਹੇ ਹਨ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤਿਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ। ਸੋ ਜਦ ਦਾਊਦ ਉਹਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ? ਅਤੇ ਕੋਈ ਉਹਨੂੰ ਇੱਕ ਬਚਨ ਤਿਕਰ ਜਵਾਬ ਨਾ ਦੇ ਸਕਿਆ। ਨਾ ਉਸ ਦਿਨ ਤੋਂ ਕਿਸੇ ਦਾ ਹਿਆਉ ਪਿਆ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ। ਇਸ ਲਈ ਜ਼ਬੂਰਾਂ ਦੀ ਪੋਥੀ ਅਧਿਆਇ 110 ਵਚਨ 1 ਦੇ ਅਨੁਸਾਰ ਪ੍ਰਭੂ ਕੌਣ ਹਨ ਜਿਸ ਨਾਲ ਯਹੋਵਾ ਗੱਲ ਕਰ ਰਹੇ ਹਨ? ਉਹ ਮਸੀਹ ਹਨ। ਦੂਸਰੇ ਸ਼ਬਦਾਂ ਵਿੱਚ ਯੀਸ਼ੂ ਇਸ ਆਇਤ ਦਾ ਜ਼ਿਕਰ ਕਰਦੇ ਹੋਏ ਜੋ ਕਹਿੰਦੇ ਹਨ ਪਰਮੇਸ਼ਵਰ ਉਸ ਨੂੰ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਸਦਾਤੀਕ ਜਾਜਕ ਕਹਿੰਦੇ ਹਨ, ਆਪਣੇ ਬਾਰੇ ਵਿੱਚ ਗਵਾਹੀ ਦੇ ਰਹੇ ਹਨ। ਆਓ ਅਸੀਂ ਇਬਰਾਨੀਆਂ ਦੀ ਕਿਤਾਬ ਅਧਿਆਇ 5 ਵਚਨ 5 ਨੂੰ ਦੇਖੀਏ। ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਵਡਿਆਇਆ ਜੋ ਪ੍ਰਧਾਨ ਜਾਜਕ ਬਣੇ, ਸਗੋਂ ਉਸ ਨੇ ਜਿਨ ਉਹਨੂੰ ਆਖਿਆ। ਇਸ ਆਇਤ ਵਿੱਚ ਮਸੀਹ ਕਿ ਜ਼ਬੂਰਾਂ ਦੀ ਪੋਥੀ ਅਧਿਆਇ 110 ਵਿੱਚ ਦੱਸਿਆ ਪ੍ਰਭੂ ਨਹੀਂ। ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਵਡਿਆਇਆ ਜੋ ਪ੍ਰਧਾਨ ਜਾਜਕ ਬਣੇ, ਸਗੋਂ ਉਸ ਨੇ ਜਿਨ ਉਹਨੂੰ ਆਖਿਆ, ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਵਾਇਆ ਹੈ। ਜਿਵੇਂ ਉਹ ਇੱਕ ਹੋਰ ਥਾਂ ਵਿੱਚ ਵੀ ਆਖਦਾ ਹੈ, ਤੂੰ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਸਦਾਤੀਕ ਦਾ ਜਾਜਕ ਹੈ। ਅਸੀਂ ਇਸ ਹਿੱਸੇ ਨੂੰ ਕਿੱਥੇ ਲੱਭ ਸਕਦੇ ਹਾਂ? ਇਬਰਾਨੀਆਂ ਦੀ ਕਿਤਾਬ ਵਿੱਚ ਜੋ ਲਿਖਿਆ ਗਿਆ ਹੈ ਉਹ ਜ਼ਬੂਰਾਂ ਦੀ ਪੋਥੀ ਅਧਿਆਇ 110 ਵਿੱਚ ਦੱਸਿਆ ਇੱਕ ਹਿੱਸਾ ਹੈ। ਜਿਵੇਂ ਉਹ ਇੱਕ ਹੋਰ ਥਾਂ ਵਿੱਚ ਵੀ ਆਖਦਾ ਹੈ, ਤੂੰ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਸਦਾਤੀਕ ਦਾ ਜਾਜਕ ਹੈ। ਉਹਨੇ ਉਨੀ ਦਿਨੀ ਜਦੋਂ ਦੇਹਧਾਰੀ ਹੋਈ ਸੀ, ਬਹੁਤ ਡਾਹਾਂ ਮਾਰ ਕੇ ਅਤੇ ਹੰਝੂ ਘੇਰ ਕੇ ਉਸ ਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ, ਅਤੇ ਪਰਮੇਸ਼ਵਰ ਦਾ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ। ਅਤੇ ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ, ਅਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ ਕਿ ਉਹ ਪਰਮੇਸ਼ਵਰ ਦੀ ਵੱਲੋਂ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ। ਫਿਰ ਇੱਥੇ ਪੁੱਤਰ ਕਿਸ ਨੂੰ ਸੰਕੇਤ ਕਰਦਾ ਹੈ? ਪੁੱਤਰ ਯੀਸ਼ੂ ਨੂੰ ਸੰਕੇਤ ਕਰਦਾ ਹੈ। ਯੀਸ਼ੂ ਦੇ ਇਸ ਧਰਤੀ ਉੱਤੇ ਆਉਣ ਤੋਂ 1000 ਸਾਲ ਪਹਿਲਾਂ ਜ਼ਬੂਰਾਂ ਦੀ ਪੋਥੀ ਅਧਿਆਇ 110 ਵਿੱਚ ਦਾਊਦ ਦੇ ਲੇਖ ਦੁਆਰਾ ਉਹਨਾਂ ਬਾਰੇ ਭਵਿੱਖਬਾਣੀ ਕੀਤੀ ਜਾ ਚੁੱਕੀ ਸੀ। ਯੀਸ਼ੂ ਨੇ ਜ਼ਬੂਰਾਂ ਦੀ ਪੋਥੀ ਅਧਿਆਇ 110 ਵਿੱਚ ਲਿਖੇ ਹਿੱਸੇ ਦਾ ਵਰਣਨ ਕਰਦੇ ਹੋਏ ਖੁਦ ਬਾਰੇ ਸਮਝਾਇਆ, ਅਤੇ ਇਬਰਾਨੀਆਂ ਅਧਿਆਇ 5 ਵਿੱਚ ਰਸੂਲ ਪੌਲਸ ਨੇ ਵੀ ਅਜਿਹਾ ਹੀ ਕੀਤਾ। ਇਸ ਯੁੱਗ ਵਿੱਚ ਵੀ ਜਦੋਂ ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਦੂਸਰੀ ਵਾਰ ਆਏ ਮਸੀਹ ਆਨਸੰਗ ਹੋਂਗ ਬਾਰੇ ਗਵਾਹੀ ਦੇ ਰਹੇ ਹਾਂ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਇਸ ਧਰਤੀ ਉੱਤੇ ਆਏ, ਫਿਰ ਕੀ ਸਾਨੂੰ ਸੰਸਾਰ ਨੂੰ ਬਾਈਬਲ ਦੇ ਦੁਆਰਾ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਉਹ ਜੋ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਇਸ ਧਰਤੀ ਉੱਤੇ ਆਏ ਮਸੀਹੀ ਆਨਸੰਗ ਹੋਂਗ ਹਨ? ਆਓ ਇਬਰਾਨੀਆਂ ਅਧਿਆਇ 5 ਵਚਨ 11 ਪੜ੍ਹਨਾ ਜਾਰੀ ਰੱਖੀਏ। ਉਹਦੇ ਵਿਖੇ ਅਸਾਂ ਬਹੁਤ ਕੁਝ ਆਖਣਾ ਹੈ ਜਿਹਦਾ ਅਰਥ ਕਰਨਾ ਔਖਾ ਹੈ, ਇਸ ਲਈ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ। ਇੱਥੇ ਇਹ ਕਹਿੰਦਾ ਹੈ ਕਿ ਮਲਕੀਸਦਕ ਬਾਰੇ ਸਭ ਕੁਝ ਸਮਝਣਾ ਔਖਾ ਹੈ। ਫਿਰ ਮਲਕੀਸਦਕ ਕੌਣ ਹੈ? ਆਓ ਉਤਪਤ ਅਧਿਆਇ 14 ਵਚਨ 17 ਪੜ੍ਹੀਏ। ਸਦੂਮ ਦਾ ਰਾਜਾ ਉਹਦੇ ਮਿਲਣ ਲਈ ਨਿਕਲ ਕੇ ਆਇਆ ਜਦੋਂ ਉਹ ਕਦਾਰ ਲਾਓਮਰ ਔਰ ਉਹਨਾਂ ਰਾਜਿਆਂ ਨੂੰ ਜਿਹੜੇ ਉਹਦੇ ਨਾਲ ਸਨ ਮਾਰ ਕੇ ਸ਼ਾਵੇਨ ਦੀ ਧੁਨ ਨੂੰ ਜਿਹੜੀ ਬਾਦਸ਼ਾਹੀ ਧੁਨ ਹੈ ਮੁੜ ਆਇਆ। ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਮਲਕੀਸਦਕ ਨੇ ਅਬਰਾਹਮ ਨੂੰ ਆਸੀਸ਼ ਦੇਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ। ਸਾਨੂੰ ਇਸ ਮਾਮਲੇ ਉੱਤੇ ਪੂਰਾ ਧਿਆਨ ਦੇਣ ਦੀ ਲੋੜ ਹੈ। ਅਤੇ ਮਲਕੀਸਦਕ ਸ਼ਾਲੇਮ ਦਾ ਰਾਜਾ ਰੋਟੀ ਅਰ ਮੱਧ ਲੈ ਆਇਆ। ਉਹ ਕੀ ਸੀ? ਅਤ ਮਹਾ ਪਰਮੇਸ਼ਵਰ ਦਾ ਜਾਜਕ ਸੀ। ਇੱਕ ਜਾਜਕ ਨੂੰ ਕਿਸੇ ਵਿਅਕਤੀ ਨੂੰ ਆਸੀਸ਼ ਦੇਣ ਜਾਂ ਪਾਪਾਂ ਦੀ ਮਾਫੀ ਦੀ ਵਿਧੀ ਨੂੰ ਪੂਰਾ ਕਰਨ ਲਈ ਬਲੀਦਾਨ ਚੜਾਉਣ ਦੀ ਲੋੜ ਹੈ। ਪੁਰਾਣੇ ਨਿਯਮ ਦੇ ਸਮੇਂ ਵਿੱਚ ਸਾਰੇ ਜਾਜਕਾਂ ਨੇ ਪਸ਼ੂਆਂ ਦਾ ਲਹੂ ਵਹਾ ਕੇ ਉਪਾਸਨਾ ਕੀਤੀ, ਪਰ ਮਲਕੀਸਦਕ ਜਾਜਕ ਨੇ
ਰੋਟੀ ਅਤੇ ਦਾਖਰਸ ਨਾਲ ਅਬਰਾਹਮ ਨੂੰ ਆਸ਼ੀਸ਼ ਦਿੱਤੀ। ਆਓ ਆਇਤ 19 ਪੜ੍ਹੀਏ। ਤਾਂ ਉਸਨੇ ਇਹ ਆਖ ਕੇ ਉਹਨੂੰ ਆਸ਼ੀਸ਼ ਦਿੱਤੀ ਕਿ ਅੱਤ ਮਹਾਪਰਮੇਸ਼ਵਰ ਆਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਹਮ ਮੁਬਾਰਕ ਹੋਵੇ, ਅਤੇ ਮੁਬਾਰਕ ਹੈ ਅੱਤ ਮਹਾਪਰਮੇਸ਼ਵਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤਾਂ ਉਸਨੇ ਉਹਨੂੰ ਸਭ ਕਾਸੇ ਦਾ ਦਸਵੰਧ ਦਿੱਤਾ। ਅਬਰਾਹਮ ਨੇ ਜੋ ਵਿਸ਼ਵਾਸ ਦਾ ਪੁਰਖਾ ਕਹਾਉਂਦਾ ਹੈ, ਮਲਕੀਸਦਕ ਨੂੰ ਦਸਵੰਧ ਦਿੱਤਾ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਮਲਕੀਸਦਕ ਅਬਰਾਹਮ ਦੀ ਤੁਲਨਾ ਵਿੱਚ ਬਹੁਤ ਮਹਾਨ ਅਹੁਦੇ ਤੇ ਸੀ। ਇਹੀ ਕਾਰਨ ਹੈ ਕਿ ਇਬਰਾਨੀਆਂ ਦੇ ਲੇਖਕ ਨੇ ਮਲਕੀਸਦਕ ਬਾਰੇ ਵਿਆਖਿਆ ਕਰਦੇ ਹੋਏ ਲਿਖਿਆ ਕਿ ਛੋਟਾ ਵੱਡੇ ਤੋਂ ਜ਼ਿਆਦਾ ਆਸ਼ੀਸ਼ ਪਾਉਂਦਾ ਹੈ। ਅਬਰਾਹਮ ਦੀ ਸੰਤਾਨ ਕੌਣ ਹੈ? ਉਹ ਇਸਹਾਕ ਹੈ। ਅਤੇ ਇਸਹਾਕ ਦੀ ਸੰਤਾਨ ਕੌਣ ਹੈ? ਉਹ ਯਾਕੂਬ ਹੈ। ਯਾਕੂਬ ਤੋਂ 12 ਪੁੱਤਰ ਪੈਦਾ ਹੋਏ। ਉਸ ਦੇ ਵਿੱਚੋਂ ਲੇਵੀ ਨਾਮ ਦਾ ਇੱਕ ਪੁੱਤਰ ਵੀ ਸੀ, ਅਤੇ ਲੇਵੀਆਂ ਵਿੱਚੋਂ ਜਾਜਕ ਨੂੰ ਚੁਣਿਆ ਗਿਆ। ਇਸ ਲਈ ਇਬਰਾਨੀਆਂ ਦੀ ਕਿਤਾਬ ਵਿੱਚ ਦਰਜ ਕੀਤਾ ਗਿਆ ਵਚਨ ਇਸ ਗੱਲ ਦੀ ਗਵਾਹੀ ਦਿੰਦਾ ਹੈ, ਕਿਉਂਕਿ ਅਬਰਾਹਮ ਨੇ ਮਲਕੀਸਦਕ ਨੂੰ ਦਸਵੰਧ ਦਿੱਤਾ। ਇਸ ਲਈ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਮਲਕੀਸਦਕ ਅਬਰਾਹਮ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਉੱਚੀ ਅਤੇ ਮਹਾਨ ਅਹੁਦੇ ਤੇ ਸੀ। ਅੱਜ ਜਿਸ ਗੱਲ ਉੱਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਉਹ ਇਹ ਹੈ ਕਿ ਮਲਕੀਸਦਕ ਨੇ ਰੋਟੀ ਅਤੇ ਦਾਖਰਸ ਨਾਲ ਬਲੀਦਾਨ ਚੜਾਇਆ, ਨਾ ਕਿ ਪਸ਼ੂ ਨਾਲ, ਜਿਸ ਦੀ ਵਰਤੋਂ ਉਸ ਸਮੇਂ ਸਾਰੇ ਜਾਜਕ ਕਰਦੇ ਸਨ। ਮਲਕੀਸਦਕ ਬਾਰੇ ਇਹ ਸਭ ਤੋਂ ਜ਼ਰੂਰੀ ਗੱਲ ਹੈ, ਅਤੇ ਇਹ ਇਸ ਗੱਲ ਦਾ ਨਿਸ਼ਾਨ ਹੈ ਕਿ ਉਹ ਕੌਣ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਯਿਸੂ ਵੀ ਇਸ ਧਰਤੀ ਉੱਤੇ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਨਹੀਂ ਆਏ, ਅਤੇ ਪਸਾਹ ਦੀ ਰੋਟੀ ਅਤੇ ਦਾਖਰਸ ਦੁਆਰਾ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਅਤੇ ਪਾਪਾਂ ਦੀ ਮਾਫੀ ਦੀ ਆਸ਼ੀਸ਼ ਨਹੀਂ ਦਿੱਤੀ। ਆਓ ਮਤੀ ਅਧਿਆਇ 26 ਵਚਨ 17 ਦੇਖੀਏ। ਪਤੀੜੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। ਜਦ ਸਾਂਝ ਹੋਈ ਤਾਂ ਉਹ 12 ਚੇਲਿਆਂ ਸਣੇ ਬੈਠਾ ਖਾਂਦਾ ਸੀ। ਆਓ ਇਹ ਦੇਖਣ ਲਈ ਕਿ ਕਿਵੇਂ ਯਿਸੂ ਨੇ ਆਪਣੇ 12 ਚੇਲਿਆਂ ਨਾਲ ਪਸਾਹ ਮਨਾਇਆ। ਆਇਤ 26 ਉੱਤੇ ਜਾਈਏ। ਜਦ ਉਹ ਖਾ ਰਹੇ ਸਨ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਔਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ। ਉਹਨਾਂ ਨੇ ਪਿਆਲਾ ਲਿਆ ਜਿਸ ਵਿੱਚ ਪਸਾਹ ਦਾ ਦਾਖਰਸ ਸੀ ਅਤੇ ਸ਼ੁਕਰ ਕੀਤਾ, ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਪੁਰਾਣੇ ਨਿਯਮ ਦੇ ਮਲਕੀਸਦਕ ਨੇ ਰੋਟੀ ਅਤੇ ਦਾਖਰਸ ਦੁਆਰਾ ਅਬਰਾਹਮ ਨੂੰ ਸ਼ਾਰੀਰਿਕ ਆਸ਼ੀਸ਼ ਦਿੱਤੀ, ਪਰ ਯਿਸੂ ਮਸੀਹ ਨੇ ਰੋਟੀ ਅਤੇ ਦਾਖਰਸ ਦੁਆਰਾ ਸਾਰੀ ਮਨੁੱਖ ਜਾਤੀ ਨੂੰ ਪਾਪਾਂ ਦੀ ਮਾਫੀ ਦੀ ਆਸ਼ੀਸ਼ ਦਿੱਤੀ, ਅਤੇ ਇੱਕ ਮਹਾਨ ਵਾਅਦਾ ਵੀ ਕੀਤਾ ਕਿ ਉਹ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਸਾਹ ਦਾ ਪਰਵ ਨੂੰ ਮਨਾਇਆ ਹੈ ਅੰਤ ਦੇ ਦਿਨ ਜਿਉਂਦਾ ਉਠਾਣਗੇ। ਪੁਰਾਣੇ ਸਮੇਂ ਦਾ ਮਲਕੀਸਦਕ ਯਿਸੂ ਮਸੀਹ ਦਾ ਪਰਛਾਵਾ ਸੀ, ਜੋ ਇਸ ਧਰਤੀ ਉੱਤੇ ਮਲਕੀਸਦਕ ਦੀ ਅਸਲੀਅਤ ਦੇ ਰੂਪ ਵਿੱਚ ਆਏ। ਉਹਨਾਂ ਨੇ ਮਲਕੀਸਦਕ ਦੀ ਰੀਤੀ ਦੇ ਅਨੁਸਾਰ ਰੋਟੀ ਅਤੇ ਦਾਖਰਸ ਨਾਲ ਪਸਾਹ ਦਾ ਸਮਾਰੋਹ ਦਾ ਪ੍ਰਬੰਧ ਕੀਤਾ ਅਤੇ ਸਾਰੀ ਮਨੁੱਖ ਜਾਤੀ ਨੂੰ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਦੀ ਆਸ਼ੀਸ਼ ਦਿੱਤੀ। ਆਓ ਯਹੂਨਾ ਅਧਿਆਇ 6 ਵਚਨ 53 ਉੱਤੇ ਜਾ ਕੇ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰੀਏ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ, ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ।
ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਯਿਸੂ ਨੇ ਕਿਹਾ ਕਿ ਸਾਨੂੰ ਜਿਉਂਦੇ ਰਹਿਣ ਲਈ ਉਹਨਾਂ ਨੂੰ ਖਾਣਾ ਚਾਹੀਦਾ ਹੈ। ਫਿਰ ਅਸੀਂ ਉਹਨਾਂ ਨੂੰ ਕਿਵੇਂ ਖਾ ਸਕਦੇ ਹਾਂ? ਨਵੇਂ ਨੇਮ ਦੇ ਪਸਾਹ ਦੀ ਸੱਚਾਈ ਦੁਆਰਾ। ਪਸਾਹ ਦੇ ਪਰਵ ਵਿੱਚ ਯਿਸੂ ਨੇ ਸਪਸ਼ਟ ਰੂਪ ਨਾਲ ਸਮਝਾਇਆ ਕਿ ਪਸਾਹ ਦੀ ਰੋਟੀ ਅਤੇ ਦਾਖਰਸ ਉਹਨਾਂ ਦੇ ਮਾਂਸ ਅਤੇ ਲਹੂ ਨੂੰ ਦਰਸਾਉਂਦੀ ਹੈ। ਇਸ ਲਈ ਅਸੀਂ ਪਸਾਹ ਦੀ ਰੋਟੀ ਖਾਣ ਦੁਆਰਾ ਅਤੇ ਪਸਾਹ ਦਾ ਦਾਖਰਸ ਪੀਣ ਦੁਆਰਾ ਯਿਸੂ ਦਾ ਮਾਂਸ ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਪੀ ਸਕਦੇ ਹਾਂ। ਪੁਰਾਣੇ ਨਿਯਮ ਦੇ ਸਮੇਂ ਵਿੱਚ ਜਦੋਂ ਮਲਕਿਸਦਕ ਅਬਰਾਹਮ ਦੇ ਸਾਹਮਣੇ ਪ੍ਰਗਟ ਹੋਇਆ, ਫਿਰ ਉਹ ਵੀ ਰੋਟੀ ਅਤੇ ਦਾਖਰਸ ਲੈ ਕੇ ਆਇਆ। ਇਸ ਲਈ ਬਾਈਬਲ ਕਹਿੰਦੀ ਹੈ ਕਿ ਯਿਸੂ ਮਲਕਿਸਦਕ ਦੀ ਪਦਵੀ ਉੱਤੇ ਮਹਾਜਾਜਕ ਹਨ। ਉਹ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਮਸੀਹ ਨੇ ਇਸ ਧਰਤੀ ਉੱਤੇ ਮਲਕਿਸਦਕ ਦੀ ਅਸਲੀਅਤ ਦੇ ਰੂਪ ਵਿੱਚ ਆ ਕੇ ਆਪਣੇ ਬਾਰੇ ਭਵਿੱਖਬਾਣੀ ਨੂੰ ਪੂਰਾ ਕੀਤਾ। ਇਸ ਪ੍ਰਕਾਰ ਮਲਕਿਸਦਕ ਅਤੇ ਯਿਸੂ ਵਿਚਕਾਰ ਭਵਿੱਖਬਾਣੀ ਅਤੇ ਉਸ ਦੀ ਪੂਰਤੀ ਦਾ ਸੰਬੰਧ ਹੈ। ਇਸ ਦੇ ਇਲਾਵਾ ਬਾਈਬਲ ਕਹਿੰਦੀ ਹੈ ਕਿ ਮਲਕਿਸਦਕ ਜੋ ਆ ਰਿਹਾ ਹੈ ਉਹ ਸਦਾਤੀਕ ਜਾਜਕ ਹੈ। ਸਾਰੇ ਲੋਕੋ, ਸਦਾਤੀਕ ਸ਼ਬਦ ਵਿੱਚ ਕਿਹੜਾ ਅਰਥ ਸ਼ਾਮਲ ਹੈ? ਜੇਕਰ ਯਿਸੂ ਸਿਰਫ ਆਪਣੇ ਪਹਿਲੀ ਵਾਰ ਆਉਣ ਉੱਤੇ ਹੀ ਮਲਕਿਸਦਕ ਦੀ ਪਦਵੀ ਉੱਤੇ ਆਉਂਦੇ ਹਨ, ਫਿਰ ਕੀ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਮਲਕਿਸਦਕ ਦੀ ਪਦਵੀ ਉੱਤੇ ਸਦਾਤੀਕ ਜਾਜਕ ਹਨ? ਦੂਸਰੀ ਵਾਰ ਆਉਂਦੇ ਸਮੇਂ ਵੀ ਉਹਨਾਂ ਨੂੰ ਕਿਸ ਪਦਵੀ ਉੱਤੇ ਆਉਣਾ ਚਾਹੀਦਾ ਹੈ? ਜਦੋਂ ਉਹ ਦੂਸਰੀ ਵਾਰ ਆਉਂਦੇ ਹਨ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਮਲਕਿਸਦਕ ਦੀ ਪਦਵੀ ਉੱਤੇ ਆਉਣਾ ਚਾਹੀਦਾ ਹੈ। ਉਹ ਉਪਾਸਨਾ ਲਈ ਕਿਸੇ ਹੋਰ ਪਦਵੀ ਦਾ ਇਸਤੇਮਾਲ ਕਰਕੇ ਨਹੀਂ ਆ ਸਕਦੇ, ਕਿਉਂਕਿ ਪਰਮੇਸ਼ਵਰ ਨੇ ਭਵਿੱਖਬਾਣੀ ਕੀਤੀ ਸੀ ਉਹ ਮਲਕਿਸਦਕ ਦੀ ਪਦਵੀ ਉੱਤੇ ਸਦਾਤੀਕ ਜਾਜਕ ਹਨ। ਫਿਰ ਕੀ ਸਾਨੂੰ ਉਹ ਦਿਖਾਉਣ ਦੀ ਲੋੜ ਨਹੀਂ ਕਿ ਮਸੀਹੀ ਮਲਕਿਸਦਕ ਦੀ ਪਦਵੀ ਉੱਤੇ ਆਏ ਜਾਂ ਨਹੀਂ, ਅਤੇ ਕੀ ਉਹ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਉਪਾਸਨਾ ਦੀ ਵਿਵਸਥਾ ਲੈ ਕੇ ਆਏ ਹਨ ਜਾਂ ਨਹੀਂ? ਪਰ ਯਿਸੂ ਦੇ ਪਹਿਲੀ ਵਾਰ ਆਉਣ ਤੇ ਰਸੂਲ ਪੌਲੁਸ ਨੇ ਆਪਣੇ ਪੱਤਰ ਵਿੱਚ ਇਬਰਾਨੀ ਮੈਂਬਰਾਂ ਨੂੰ ਲਿਖਿਆ, ਮਲਕਿਸਦਕ ਬਾਰੇ ਅਸਾਂ ਬਹੁਤ ਕੁਝ ਆਖਣਾ ਹੈ ਜਿਹਦਾ ਅਰਥ ਕਰਨਾ ਔਖਾ ਹੈ। ਇਸ ਲਈ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ, ਉਹ ਆਸਾਨੀ ਨਾਲ ਲਿਖ ਸਕਦਾ ਸੀ। ਮਲਕਿਸਦਕ ਰੋਟੀ ਅਤੇ ਦਾਖਰਸ ਲੈ ਆਇਆ ਅਤੇ ਯਿਸੂ ਨੇ ਵੀ ਮਨੁੱਖ ਜਾਤੀ ਨੂੰ ਰੋਟੀ ਅਤੇ ਦਾਖਰਸ ਨਾਲ ਆਸ਼ੀਸ਼ ਦਿੱਤੀ। ਇਸ ਲਈ ਯਿਸੂ ਉਹ ਹਨ ਜਿਨ੍ਹਾਂ ਨੇ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਅਤੇ ਪਾਪਾਂ ਦੀ ਮਾਫੀ ਦੀ ਆਸ਼ੀਸ਼ ਦਿੱਤੀ। ਜੇਕਰ ਉਸਨੇ ਇਸ ਤਰ੍ਹਾਂ ਸਮਝਾਇਆ ਹੁੰਦਾ, ਫਿਰ ਇਹ ਸਮਝਣਾ ਬਹੁਤ ਆਸਾਨ ਹੁੰਦਾ। ਪਰ ਉਸ ਸਮੇਂ ਮਲਕਿਸਦਕ ਬਾਰੇ ਕੁਝ ਭਵਿੱਖਬਾਣੀ ਦੀਆਂ ਗੱਲਾਂ ਸਨ ਜਿਨ੍ਹਾਂ ਨੂੰ ਪੂਰਾ ਕੀਤਾ ਜਾਣਾ ਬਾਕੀ ਸੀ। ਆਓ ਇਬਰਾਨੀਆਂ ਦੀ ਕਿਤਾਬ ਅਧਿਆਇ 7 ਵਚਨ 1 ਵਿੱਚ ਜਾ ਕੇ ਉਹਨਾਂ ਗੱਲਾਂ ਨੂੰ ਦੇਖੀਏ। ਅਤੇ ਇਹ ਮਲਕਿਸਦਕ ਸ਼ਾਲੇਮ ਦਾ ਰਾਜਾ ਅਤੇ ਅਤ ਮਹਾਨ ਦਾ ਜਾਜਕ ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਸ ਨੂੰ ਆਸ਼ੀਸ਼ ਦਿੱਤੀ, ਜਿਹਨੂੰ ਅਬਰਾਹਮ ਨੇ ਸਭਨਾਂ ਵਸਤਾਂ ਦਾ ਦਸੁੰਧ ਵੀ ਦਿੱਤਾ। ਉਹ ਪਹਿਲਾਂ ਆਪਣੇ ਨਾਮ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ ਅਤੇ ਫਿਰ ਸ਼ਾਲੇਮ ਦਾ ਰਾਜਾ ਵੀ, ਅਰਥਾਤ ਸ਼ਲਾਮਤੀ ਦਾ ਰਾਜਾ, ਜਿਹਦਾ ਨਾ ਪਿਤਾ ਨਾ ਮਾਤਾ ਨਾ ਕੁਲ ਪੱਤਰੀ ਹੈ, ਜਿਹਦੇ ਨਾ ਦਿਨਾਂ ਦਾ ਆਦ ਨਾ ਜੀਵਨ ਦਾ ਅੰਤ ਹੈ, ਪਰੰਤੂ ਪਰਮੇਸ਼ਵਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ। ਮਲਕਿਸਦਕ ਸਦਾ ਲਈ ਜਾਜਕ ਬਣਿਆ ਰਹਿੰਦਾ ਹੈ ਕਿਉਂਕਿ ਉਹ ਸਦਾ ਲਈ ਮਹਾਜਾਜਕ ਹੈ। ਇਸ ਲਈ ਨਾ ਕੋਈ ਮਨੁੱਖ ਅਤੇ ਨਾ ਸਵਰਗ ਵਿੱਚ ਕੋਈ ਆਤਮਿਕ ਪ੍ਰਾਣੀ ਮਹਾਜਾਜਕ ਦੀ ਉਸ ਥਾਂ ਨੂੰ ਲੈ ਸਕਦਾ ਹੈ, ਕਿਉਂਕਿ ਮਹਾਜਾਜਕ ਦੇ ਰੂਪ ਵਿੱਚ ਉਸ ਦੀ ਸਮੇਂ ਸੀਮਾ ਸਦੀਪਕ ਹੈ। ਇਸ ਲਈ ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਿਰਫ ਮਸੀਹੀ, ਜਿਨ੍ਹਾਂ ਨੂੰ ਮੇਰੇ ਪ੍ਰਭੂ ਕਿਹਾ ਜਾਂਦਾ ਹੈ, ਮਲਕਿਸਦਕ ਦੀ ਪਦਵੀ ਦੀ ਨਕਲ ਕਰਨ ਵਾਲੇ ਮਹਾਜਾਜਕ ਦਾ ਅਹੁਦਾ ਅਤੇ ਸਥਾਨ ਪ੍ਰਾਪਤ ਕਰ ਸਕਦੇ ਹਨ। ਇਸ ਲਈ ਆਇਤ 3 ਵਿੱਚ ਇਹ ਲਿਖਿਆ ਹੈ, ਜਿਹਦਾ ਨਾ ਪਿਤਾ ਨਾ ਮਾਤਾ ਨਾ ਕੁਲਪੱਤਰੀ ਹੈ, ਜਿਹਦੇ ਨਾ ਦਿਨਾਂ ਦਾ ਆਦ ਨਾ ਜੀਵਨ ਦਾ ਅੰਤ ਹੈ, ਪਰੰਤੂ ਪਰਮੇਸ਼ਵਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ। ਆਇਤ 4, ਹੁਣ ਧਿਆਨ ਕਰੋ ਭਈ ਇਹ ਕਿੱਡਾ ਮਹਾਤਮਾ ਸੀ, ਉਹ ਕਿੰਨਾ ਮਹਾਨ ਵਿਅਕਤੀ ਸੀ, ਜਿਹਨੂੰ ਘਰਾਣੇ ਦੇ ਸਰਦਾਰ ਅਬਰਾਹਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸਵੰਧ ਦਿੱਤਾ। ਇਸ ਦੇ ਰਾਹੀਂ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਮਲਕਿਸਦਕ ਅਬਰਾਹਮ ਤੋਂ ਜੋ ਵਿਸ਼ਵਾਸ ਦਾ ਪੂਰਵਜ ਅਖਵਾਉਂਦਾ ਹੈ ਕਿੰਨਾ ਵੱਡਾ ਹੋਣਾ ਚਾਹੀਦਾ ਹੈ, ਕਿਉਂਕਿ ਅਬਰਾਹਮ ਨੇ ਉਸ ਨੂੰ ਦਸਵੰਧ ਦਿੱਤਾ। ਆਇਤ 5,
ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ, ਉਹਨਾਂ ਨੂੰ ਉਸ ਪ੍ਰਜਾ ਤੋਂ ਅਰਥਾਤ ਆਪਣੀਆਂ ਭਰਾਵਾਂ ਤੋਂ, ਭਾਵੇਂ ਉਹ ਅਬਰਾਮ ਦੀ ਅੰਸ਼ ਵਿੱਚੋਂ ਹਨ, ਸ਼ਰਾਂ ਦੇ ਅਨੁਸਾਰ ਦਸੌਂਦ ਲੈਣ ਦਾ ਹੁਕਮ ਹੈ। ਪਰ ਜਿਹਦੀ ਕੁਲਪਤਰੀ ਉਹਨਾਂ ਨਾਲ ਨਹੀਂ ਸੀ ਰਲਦੀ, ਉਹਨੇ ਅਬਰਾਹਮ ਤੋਂ ਦਸੌਂਦ ਲਿਆ ਅਤੇ ਉਹਨੂੰ ਆਸ਼ੀਸ਼ ਦਿੱਤੀ ਜਿਹਨੂੰ ਬਚਨ ਦਿੱਤੇ ਹੋਏ ਸਨ। ਪਰ ਕੋਈ ਸ਼ੱਕ ਨਹੀਂ ਪਈ, ਛੋਟੇ ਨੂੰ ਵੱਡੇ ਤੋਂ ਆਸ਼ੀਸ਼ ਮਿਲਦੀ ਹੈ। ਔਰ ਇੱਥੇ ਮਰਨ ਵਾਲੇ ਮਨੁੱਖ ਦਸਵੰਧ ਲੈਂਦੇ ਹਨ, ਪਰ ਉੱਥੇ ਉਹ ਲੈਂਦਾ ਹੈ ਜਿਹਦੇ ਵਿਖੇ ਇਹ ਸਾਖੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ। ਰਸੂਲ ਪੌਲੁਸ ਨੇ ਇਬਰਾਨੀਆਂ ਦੇ ਮੈਂਬਰਾਂ ਨੂੰ ਸਮਝਾਇਆ ਕਿ ਮਲਕਿਸਦਕ ਅਬਰਾਹਮ ਤੋਂ ਬਹੁਤ ਵੱਡਾ ਹੈ ਅਤੇ ਉਸਨੇ ਮਲਕਿਸਦਕ ਦੀਆਂ ਕੁਝ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਉਸ ਦੇ ਕੋਲ ਇਸ ਧਰਤੀ ਉੱਤੇ ਇਜ਼ਰਾਈਲ ਦੀ ਕੁਲਪਤਰੀ ਨਾਲ ਸੰਬੰਧਿਤ ਕੋਈ ਰਿਕਾਰਡ ਨਹੀਂ ਹੈ। ਇਹ ਸਮਝਾਉਣਾ ਆਸਾਨ ਹੈ ਕਿ ਯਿਸੂ ਆਤਮਿਕ ਮਲਕਿਸਦਕ ਹਨ, ਜੋ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਆਏ, ਕਿਉਂਕਿ ਉਹਨਾਂ ਨੇ ਇਸ ਧਰਤੀ ਉੱਤੇ ਰੋਟੀ ਅਤੇ ਦਾਖਰਸ ਨਾਲ ਨਵੇਂ ਨੇਮ ਦੀ ਸੱਚਾਈ ਨੂੰ ਸਥਾਪਿਤ ਕੀਤਾ। ਪਰ ਇਹ ਗੱਲ ਕਿ ਮਲਕਿਸਦਕ ਦੀ ਕੁਲਪਤਰੀ ਨਹੀਂ ਹੈ, ਉਸ ਸਮੇਂ ਦੇ ਲੋਕਾਂ ਲਈ ਸਮਝਣਾ ਬਹੁਤ ਮੁਸ਼ਕਲ ਸੀ। ਅਜਿਹਾ ਇਸ ਲਈ ਕਿਉਂਕਿ ਯਿਸੂ ਦਾ ਜਨਮ ਅਜਿਹੀ ਕੁਲਪਤਰੀ ਵਿੱਚ ਹੋਇਆ ਸੀ ਜੋ ਸਾਫ਼ ਤੌਰ ਤੇ ਇਜ਼ਰਾਈਲ ਦੇ ਲੋਕਾਂ ਨਾਲ ਜੁੜੀ ਹੋਈ ਸੀ। ਆਓ ਅਸੀਂ ਮਤੀ ਅਧਿਆਇ 1:1 ਉੱਤੇ ਜਾ ਕੇ ਇਸ ਦੀ ਪੁਸ਼ਟੀ ਕਰੀਏ। ਕੁਲਪਤਰੀ ਯਿਸੂ ਮਸੀਹ ਦਾਊਦ ਦੇ ਪੁੱਤਰ ਦੀ, ਜਿਹੜਾ ਅਬਰਾਹਮ ਦਾ ਪੁੱਤਰ ਸੀ। ਇੱਥੇ ਅਸੀਂ ਯਿਸੂ ਮਸੀਹ ਦੀ ਕੁਲਪਤਰੀ ਦਾ ਜ਼ਿਕਰ ਦੇਖ ਸਕਦੇ ਹਾਂ। ਅਬਰਾਹਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾ ਤੇ ਉਸ ਦੇ ਭਰਾ ਜੰਮੇ ਅਤੇ ਯਹੂਦਾ ਤੋਂ ਫਰਸ ਅਤੇ ਜਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮੇ। ਜੇਕਰ ਤੁਸੀਂ ਮਤੀ ਅਧਿਆਇ 1 ਨੂੰ ਪੜ੍ਹਨਾ ਜਾਰੀ ਰੱਖੋ, ਫਿਰ ਤੁਸੀਂ ਦੇਖ ਸਕਦੇ ਹੋ ਕਿ ਇਸ ਕੁਲਪਤਰੀ ਦਾ ਜ਼ਿਕਰ ਸਾਨੂੰ ਯਿਸੂ ਤੱਕ ਲੈ ਜਾਂਦਾ ਹੈ। ਪਰ ਇਬਰਾਨੀਆਂ ਅਧਿਆਇ 7 ਵਿੱਚ ਇਹ ਲਿਖਿਆ ਹੈ, ਮਲਕਿਸਦਕ ਦੀ ਕੁਲਪਤਰੀ ਨਹੀਂ ਹੈ। ਭਾਵੇਂ ਹੀ ਯਿਸੂ ਨੇ ਰੋਟੀ ਅਤੇ ਦਾਖਰਸ ਲਿਆਉਣ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ, ਪਰ ਭਵਿੱਖਬਾਣੀ ਦਾ ਉਹ ਹਿੱਸਾ ਜੋ ਦੱਸਦਾ ਹੈ ਕਿ ਮਲਕਿਸਦਕ ਦੀ ਕੁਲਪਤਰੀ ਨਹੀਂ ਹੈ, ਯਿਸੂ ਦੇ ਆਉਣ ਦੇ ਤਰੀਕੇ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਉਹ ਇਜ਼ਰਾਈਲੀਆਂ ਦੀ ਕੁਲਪਤਰੀ ਵਿੱਚੋਂ ਆਏ ਸੀ। ਅਗਲਾ ਇਹ ਗੱਲ ਕਿ ਉਹਨਾਂ ਦੇ ਪਿਤਾ ਤੇ ਮਾਤਾ ਨਹੀਂ ਹੋਣੇ ਚਾਹੀਦੇ ਦਾ ਮਤਲਬ ਹੈ ਕਿ ਮਸੀਹ ਨੂੰ ਅਵਿਸ਼ਵਾਸੀ ਮਾਤਾ-ਪਿਤਾ ਤੋਂ ਜਨਮ ਲੈਣਾ ਚਾਹੀਦਾ ਹੈ। ਕਿਸੇ ਵਿਅਕਤੀ ਨੂੰ ਮਾਤਾ ਅਤੇ ਪਿਤਾ ਦੇ ਰੂਪ ਵਿੱਚ ਮੰਨੇ ਜਾਣ ਲਈ ਬਾਈਬਲ ਦਾ ਮਾਨਕ ਕੀ ਹੈ? ਇਸ ਲਈ ਆਓ ਅਸੀਂ ਮਤੀ ਅਧਿਆਇ 12:46 ਵਿੱਚ ਪਰਮੇਸ਼ਵਰ ਦੇ ਵਚਨ ਉੱਤੇ ਜਾਈਏ। ਉਹ ਹਜੇ ਲੋਕਾਂ ਨਾਲ ਗੱਲਾਂ ਪਿਆ ਕਰਦਾ ਸੀ ਕਿ ਵੇਖੋ, ਉਹਦੀ ਮਾਤਾ ਅਤੇ ਭਰਾ ਬਾਹਰ ਖੜੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ। ਤਦ ਕਿਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ। ਪਰ ਉਹਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰੇ ਭਰਾ? ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ, ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ। ਪਰਮੇਸ਼ਵਰ ਦੀ ਇੱਛਾ ਉੱਤੇ ਚੱਲਣ ਦਾ ਕਾਰਨ ਇਹ ਹੈ ਕਿ ਉਹ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ, ਹੈ ਨਾ? ਇਸ ਲਈ ਪਰਮੇਸ਼ਵਰ ਨੇ ਸਾਨੂੰ ਮਤੀ ਅਧਿਆਇ 12 ਵਿੱਚ ਸਿਖਾਇਆ ਕਿ ਜੋ ਲੋਕ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ, ਉਹਨਾਂ ਨੂੰ ਮਾਤਾ-ਪਿਤਾ, ਭਰਾ ਅਤੇ ਭੈਣ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਮਲਕਿਸਦਕ ਨੂੰ ਅਜਿਹੇ ਪਰਿਵਾਰ ਵਿੱਚ ਜਨਮ ਲੈਣਾ ਚਾਹੀਦਾ ਹੈ ਜੋ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦਾ। ਪਰ ਯਿਸੂ ਦੇ ਮਾਤਾ-ਪਿਤਾ ਮਰੀਅਮ ਅਤੇ ਯੂਸਫ ਦੋਨੋਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਸਨ। ਲੂਕਾ ਅਧਿਆਇ 1 ਵਿੱਚ ਜਦੋਂ ਜਿਬਰਾਇਲ ਸਵਰਗਦੂਤ ਮਰੀਅਮ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸਨੇ ਪਰਮੇਸ਼ਵਰ ਦੀ ਇੱਛਾ ਦੱਸੀ, ਤਾਂ ਮਰੀਅਮ ਨੇ ਉਸ ਨੂੰ ਸਵੀਕਾਰ ਕੀਤਾ। ਇਸ ਤਰ੍ਹਾਂ ਅਸੀਂ ਸਪਸ਼ਟ ਰੂਪ ਨਾਲ ਦੇਖ ਸਕਦੇ ਹਾਂ ਕਿ ਮਰੀਅਮ ਅਤੇ ਯੂਸਫ ਦੋਨੋਂ ਹੀ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਸਨ। ਇਸ ਲਈ ਇਹ ਗੱਲ ਕਿ ਮਲਕਿਸਦਕ ਦੇ ਪਿਤਾ ਤੇ ਮਾਤਾ ਨਹੀਂ ਹਨ, ਯਿਸੂ ਉੱਤੇ ਲਾਗੂ ਨਹੀਂ ਹੋ ਸਕਦੀ ਸੀ, ਅਤੇ ਨਾ ਹੀ ਇਸ ਗੱਲ ਕਿ ਮਲਕਿਸਦਕ ਦੀ ਕੁਲਪਤਰੀ ਨਹੀਂ ਹੈ। ਫਿਰ ਇਹਨਾਂ ਭਵਿੱਖਬਾਣੀ ਦੀਆਂ ਗੱਲਾਂ ਨੂੰ ਪੂਰਾ ਕਰਨ ਲਈ ਮਸੀਹ ਨੂੰ ਕੀ ਕਰਨ ਦੀ ਜ਼ਰੂਰਤ ਹੈ? ਆਓ ਅਸੀਂ ਇਕੱਠੇ ਇਬਰਾਨੀਆਂ ਅਧਿਆਇ 9:27 ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਦੇਖੀਏ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪਾਂ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਉਹ ਕੀ ਕਰਨਗੇ? ਉਹ ਦੂਈ ਵਾਰ ਪ੍ਰਗਟ ਹੋਵੇਗਾ।
ਅਸੀਂ ਦੂਸਰੀ ਵਾਰ ਆਉਣ ਵਾਲੇ ਮਸੀਹ ਨੂੰ ਕਿਵੇਂ ਪਹਿਚਾਣ ਸਕਦੇ ਹਾਂ? ਕਿ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਇਹ ਪਰਖਣਾ ਚਾਹੀਦਾ ਹੈ ਕਿ ਉਹ ਮਲਕਿਸਦਕ ਦੀ ਪਦਵੀ ਉੱਤੇ ਮਹਾਜਾਜਕ ਹਨ ਜਾਂ ਨਹੀਂ? ਇਸ ਦਾ ਕਾਰਨ ਇਹ ਹੈ ਕਿ ਪਰਮੇਸ਼ਵਰ ਨੇ ਵਾਅਦਾ ਕੀਤਾ ਕਿ ਪ੍ਰਭੂ ਜੋ ਮਲਕਿਸਦਕ ਦੀ ਪਦਵੀ ਦਾ ਪਿੱਛਾ ਕਰਦੇ ਹਨ ਉਹ ਸਦਾ ਦੇ ਜਾਜਕ ਹਨ। ਇਸ ਲਈ ਜਿਵੇਂ ਮਸੀਹ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਆਏ, ਉਸੇ ਤਰ੍ਹਾਂ ਹੀ ਜਦੋਂ ਉਹ ਦੂਸਰੀ ਵਾਰ ਇਸ ਧਰਤੀ ਉੱਤੇ ਆਉਂਦੇ ਹਨ ਫਿਰ ਉਹਨਾਂ ਨੂੰ ਮਲਕਿਸਦਕ ਦੀ ਭਵਿੱਖਬਾਣੀ ਦੇ ਅਨੁਸਾਰ ਦੂਸਰੀ ਵਾਰ ਇਸ ਧਰਤੀ ਉੱਤੇ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹਨਾਂ ਨੂੰ ਰੋਟੀ ਅਤੇ ਦਾਖਰਸ ਲੈ ਕੇ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿ ਮਲਕਿਸਦਕ ਨੂੰ ਇਸ ਧਰਤੀ ਉੱਤੇ ਬਿਨਾਂ ਪਿਤਾ ਅਤੇ ਮਾਤਾ ਅਤੇ ਕੁਲ ਪਤਨੀ ਦੇ ਨਹੀਂ ਆਉਣਾ ਚਾਹੀਦਾ, ਜਿਵੇਂ ਕਿ ਇਬਰਾਨੀਆਂ ਅਧਿਆਇ 7 ਵਿੱਚ ਲਿਖਿਆ ਹੈ। ਉਹਨਾਂ ਨੂੰ ਇਸ ਧਰਤੀ ਉੱਤੇ ਅਜਿਹੇ ਸ਼ਾਰੀਰਿਕ ਪਿਤਾ ਅਤੇ ਮਾਤਾ ਦੁਆਰਾ ਜਨਮ ਲੈਣਾ ਚਾਹੀਦਾ ਹੈ ਜੋ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰਦੇ ਹਨ। ਪਿਤਾ ਮਸੀਹੀ ਆਨਸੰਗ ਹੋਂਗ ਜੀ ਦੇ ਸ਼ਾਰੀਰਿਕ ਮਾਤਾ ਪਿਤਾ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ। ਇਸ ਦੇ ਇਲਾਵਾ ਉਹਨਾਂ ਨੂੰ ਇਜ਼ਰਾਈਲ ਦੀ ਕੁਲਪਤਰੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਮਲਕਿਸਦਕ ਦੀ ਕੁਲਪਤਰੀ ਨਹੀਂ ਸੀ। ਇਸ ਧਰਤੀ ਉੱਤੇ ਯੀਸ਼ੂ ਦਾ ਜਨਮ ਦਾਊਦ ਦੀ ਕੁਲਪਤਰੀ ਵਿੱਚ ਹੋਇਆ ਸੀ, ਪਰ ਸਾਡੇ ਸਵਰਗੀ ਪਿਤਾ ਕੋਰੀਆ ਗਣਰਾਜ ਨਾਮਕ ਇੱਕ ਗੈਰ ਕੌਮ ਦੇਸ਼ ਵਿੱਚੋਂ ਆਏ ਸੀ। ਇਸ ਲਈ ਉਹਨਾਂ ਕੋਲ ਇਜ਼ਰਾਈਲ ਦੇ ਲੋਕਾਂ ਨਾਲ ਜੁੜੀ ਕੋਈ ਕੁਲਪਤਰੀ ਰਿਕਾਰਡ ਨਹੀਂ ਸੀ। ਅਗਲਾ, ਉਹਨਾਂ ਨੂੰ ਪਸਾਹ ਦੀ ਰੋਟੀ ਅਤੇ ਦਾਖਰਸ ਲੈ ਕੇ ਆਉਣਾ ਚਾਹੀਦਾ ਹੈ ਜੋ ਮਲਕਿਸਦਕ ਦਾ ਪ੍ਰਤੀਨਿਧੀ ਨਿਸ਼ਾਨ ਹੈ। ਜਿਸ ਤਰ੍ਹਾਂ ਮਸੀਹ ਨੇ ਆਪਣੇ ਪਹਿਲੀ ਵਾਰ ਆਉਣ ਉੱਤੇ ਪਸਾਹ ਦੀ ਰੋਟੀ ਅਤੇ ਦਾਖਰਸ ਦੁਆਰਾ ਮਨੁੱਖ ਜਾਤੀ ਨੂੰ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਦੀ ਆਸੀਸ਼ ਦਿੱਤੀ, ਉਸੇ ਤਰ੍ਹਾਂ ਉਹਨਾਂ ਨੂੰ ਆਪਣੇ ਦੂਸਰੀ ਵਾਰ ਆਉਣ ਉੱਤੇ ਵੀ ਨਵੇਂ ਨੇਮ ਦੇ ਪਸਾਹ ਦੀ ਸੱਚਾਈ ਨੂੰ ਪ੍ਰਗਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਇਸ ਦਾ ਪ੍ਰਚਾਰ ਨਹੀਂ ਕੀਤਾ ਅਤੇ ਕਿ ਉਹ ਨਵੇਂ ਨੇਮ ਦੀ ਸਾਰੀ ਸੱਚਾਈ ਦੇ ਰਾਹੀਂ ਆਪਣੀਆਂ ਪਿਆਰੀਆਂ ਸੰਤਾਨਾਂ ਨੂੰ ਨਹੀਂ ਬੁਲਾ ਰਹੇ। ਫਿਰ ਕੀ ਮਸੀਹੀ ਆਨਸੰਗ ਹੋਂਗ ਸੱਚਮੁੱਚ ਸਾਡੇ ਪਰਮੇਸ਼ਵਰ ਨਹੀਂ ਹਨ? ਭਾਵੇਂ ਇਹ ਬਾਈਬਲ ਵਿੱਚ ਇੰਨੇ ਸਪਸ਼ਟ ਰੂਪ ਨਾਲ ਲਿਖਿਆ ਗਿਆ ਹੈ, ਫਿਰ ਵੀ ਪੂਰੀ ਦੁਨੀਆ ਵਿੱਚ ਕੋਈ ਵੀ ਚਰਚ ਪਸਾਹ ਦੀ ਰੋਟੀ ਅਤੇ ਦਾਖਰਸ ਦਾ ਸਹੀ ਅਰਥ ਨਹੀਂ ਜਾਣਦਾ। ਅਜਿਹਾ ਕਿਉਂ ਹੈ? ਇਹ ਕਿਸ ਦਾ ਕੰਮ ਹੈ? ਮਸੀਹ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜੋ ਸਦਾ ਲਈ ਜਾਜਕ ਹੋ ਸਕਦਾ ਹੈ, ਕਿਉਂਕਿ ਮਹਾਜਾਜਕ ਦੇ ਰੂਪ ਵਿੱਚ ਉਹਨਾਂ ਦੀ ਸਮੇਂ ਸੀਮਾ ਸਦੀਪਕ ਹੈ। ਇਸ ਲਈ ਸਾਨੂੰ ਤੁਰੰਤ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਆਉਣ ਵਾਲੇ ਨੂੰ ਸਾਡੇ ਪਰਮੇਸ਼ਵਰ ਦੇ ਰੂਪ ਵਿੱਚ ਪਹਿਚਾਨਣ ਵਿੱਚ ਸਫਲ ਹੋਣਾ ਚਾਹੀਦਾ ਹੈ। ਆਓ ਇਸ ਦੇ ਸੰਬੰਧ ਵਿੱਚ ਯਸ਼ਾਇਆ ਅਧਿਆਇ 25 ਵਚਨ 6 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੀਏ। ਇਸੇ ਪਹਾੜ ਤੇ ਸੈਨਾ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਊਦ ਕਰੇਗਾ, ਪੁਰਾਣੀਆਂ ਮੱਦਾਂ ਦੀ ਦਾਊਦ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮੱਦਾਂ, ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਚੱਫ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰਿਆਂ ਕੌਮਾਂ ਉੱਤੇ ਲਟਕਦਾ ਹੈ। ਉਹ ਮੌਤ ਨੂੰ ਸਦਾ ਲਈ ਚੱਫ ਲਵੇਗਾ। ਬਾਈਬਲ ਦੀਆਂ 66 ਕਿਤਾਬਾਂ ਵਿੱਚ ਇੱਕੋ ਇੱਕ ਸੱਚਾਈ ਜੋ ਮੱਧ ਨਾਲ ਮੌਤ ਨੂੰ ਸਦਾ ਲਈ ਚੱਫ ਲੈਂਦੀ ਹੈ, ਉਹ ਪਸਾਹ ਦੀ ਸੱਚਾਈ ਹੈ। ਇੱਥੇ ਲਿਖਿਆ ਗਿਆ ਹੈ ਕਿ ਮੱਧ ਨਾਲ ਮੌਤ ਨੂੰ ਸਦਾ ਲਈ ਚੱਫ ਲਵੇਗਾ। ਜਿਵੇਂ ਕਿ ਮਲਕਿਸਦਕ ਰੋਟੀ ਅਤੇ ਦਾਖਰਸ ਲਿਆਇਆ, ਉਸੇ ਤਰ੍ਹਾਂ ਹੀ ਯਿਸੂ ਮਸੀਹ ਸਾਡੇ ਲਈ ਰੋਟੀ ਅਤੇ ਦਾਖਰਸ ਲਿਆਏ। ਫਿਰ ਕੀ ਇਹ ਬਹੁਤ ਸਪਸ਼ਟ ਨਹੀਂ ਹੈ ਕਿ ਜਦੋਂ ਉਹ ਇਸ ਧਰਤੀ ਉੱਤੇ ਦੂਸਰੀ ਵਾਰ ਆਉਣਗੇ ਫਿਰ ਰੋਟੀ ਅਤੇ ਦਾਖਰਸ ਲਿਆਉਣਗੇ? ਉਹ ਮੌਤ ਨੂੰ ਸਦਾ ਲਈ ਚੱਫ ਲਵੇਗਾ ਅਤੇ ਪ੍ਰਭੂ ਯਹੋਵਾ ਸਾਰਿਆਂ ਮੂੰਹਾਂ ਤੋਂ ਹੰਝੂ ਪੁੰਜ ਸੁੱਟੇਗਾ ਅਤੇ ਆਪਣੀ ਪ੍ਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾ ਦਾ ਬੋਲ ਹੈ। ਉਸ ਦਿਨ ਆਖਿਆ ਜਾਵੇਗਾ, ਵੇਖੋ ਇਹ ਸਾਡਾ ਪਰਮੇਸ਼ਵਰ ਹੈ, ਇਹੀ ਸਾਡਾ ਪਰਮੇਸ਼ਵਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਇਹ ਯਹੋਵਾ ਹੈ, ਅਸੀਂ ਉਹਦੀ ਉਡੀਕਦੇ ਸਾਂ, ਅਸੀਂ ਉਹਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ। ਇਹ ਲੋਕ ਤੁਰੰਤ ਕਿਵੇਂ ਪਹਿਚਾਣ ਪਾਏ ਕਿ ਉਹ ਸਾਡੇ ਪਰਮੇਸ਼ਵਰ ਹਨ? ਸਿਰਫ ਮਸੀਹ ਹੀ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਮਹਾਜਾਜਕ ਦੇ ਅਹੁਦੇ ਨੂੰ ਪ੍ਰਾਪਤ ਕਰ ਸਕਦੇ ਹਨ। ਕਿਸਨੇ ਆ ਕੇ ਪਸਾਹ ਨੂੰ ਦੁਬਾਰਾ ਸਥਾਪਿਤ ਕੀਤਾ, ਜਿਸ ਨੂੰ 1600 ਸਾਲਾਂ ਤੋਂ ਨਹੀਂ ਮਨਾਇਆ ਗਿਆ ਸੀ। ਇਹ ਸਭ ਇਸ ਲਈ ਸੰਭਵ ਹੋਇਆ ਕਿਉਂਕਿ ਮਸੀਹ ਇਸ ਧਰਤੀ ਉੱਤੇ ਫਿਰ ਤੋਂ ਆਏ। ਜਦੋਂ ਯਿਸੂ ਪਹਿਲੀ ਵਾਰ ਆਏ ਤਾਂ ਉਹ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਮਹਾਜਾਜਕ ਦੇ ਰੂਪ ਵਿੱਚ ਆਏ। ਉਹਨਾਂ ਦਾ ਅਹੁਦਾ ਉਦੋਂ ਤੱਕ ਬਣਿਆ ਰਹਿੰਦਾ ਹੈ ਜਦੋਂ ਉਹ ਇਸ ਧਰਤੀ ਉੱਤੇ ਦੂਸਰੀ ਵਾਰ ਆਉਂਦੇ ਹਨ।
ਇਸ ਨਾਲ ਕੀ ਅਸੀਂ ਪਰਮੇਸ਼ਵਰ ਨੂੰ ਤੁਰੰਤ ਪਹਿਚਾਣ ਨਹੀਂ ਸਕਦੇ? ਜੇਕਰ ਕੋਈ ਤੁਹਾਡੇ ਤੋਂ ਪੁੱਛਦਾ ਹੈ ਤੁਸੀਂ ਕਿਵੇਂ ਜਾਣਦੇ ਹੋ ਕਿ ਮਸੀਹੀ ਆਨਸੰਗ ਹੋਂਗ ਪਰਮੇਸ਼ਵਰ ਹਨ, ਫਿਰ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਉੱਤਰ ਦੇ ਸਕਦੇ ਹੋ ਕਿ ਉਹ ਪਰਮੇਸ਼ਵਰ ਹਨ, ਕਿਉਂਕਿ ਉਹ ਮਹਾਜਾਜਕ ਹਨ ਜੋ ਮਲਕਿਸਦਕ ਦੀ ਪਦਵੀ ਦੇ ਅਨੁਸਾਰ ਇਸ ਧਰਤੀ ਉੱਤੇ ਆਏ। ਕਿਸੇ ਵੀ ਚਰਚ ਵਿੱਚ ਕੋਈ ਪਾਦਰੀ ਜਾਂ ਸੰਤ ਨਹੀਂ ਹੈ ਜੋ ਇਸ ਜਾਜਕ ਅਹੁਦੇ ਨੂੰ ਪੂਰਾ ਕਰ ਸਕਦਾ ਹੈ। ਪਰਮੇਸ਼ਵਰ ਸਮਝਦੇ ਹਨ ਕਿ ਸਿਰਫ ਮਸੀਹ ਹੀ ਇੱਕ ਜਾਜਕ ਅਹੁਦੇ ਨੂੰ ਪੂਰਾ ਕਰ ਸਕਦੇ ਹਨ ਅਤੇ ਉਹ ਸਦਾ ਇੱਕ ਜਾਜਕ ਹਨ ਅਤੇ ਉਹਨਾਂ ਦਾ ਜਾਜਕ ਅਹੁਦਾ ਨਹੀਂ ਬਦਲਦਾ। ਕੌਣ ਇਸ ਧਰਤੀ ਉੱਤੇ ਨਵੇਂ ਨੇਮ ਦੀ ਇਸ ਸੱਚਾਈ ਨਾਲ ਆਏ ਅਤੇ ਮਨੁੱਖ ਜਾਤੀ ਨੂੰ ਮੁਕਤੀ ਦੀ ਘੋਸ਼ਣਾ ਕੀਤੀ? ਉਹ ਕੌਣ ਹਨ? ਉਹ ਮਸੀਹ ਆਨਸੰਗ ਹੋਂਗ ਸਾਡੇ ਪਰਮੇਸ਼ਵਰ ਹਨ। ਤ੍ਰਿਏਕ ਦੇ ਅਨੁਸਾਰ ਪਿਤਾ ਪਰਮੇਸ਼ਵਰ ਯਹੋਵਾ, ਪੁੱਤਰ ਪਰਮੇਸ਼ਵਰ ਯਿਸੂ ਅਤੇ ਪਵਿੱਤਰ ਆਤਮਾ ਪਰਮੇਸ਼ਵਰ ਆਨਸੰਗ ਹੋਂਗ ਇੱਕ ਹੀ ਹਨ। ਉਹ ਇੱਕ ਹੀ ਪਰਮੇਸ਼ਵਰ ਹਨ। ਸਾਡੀਆਂ ਆਤਮਾਵਾਂ ਮਰਨ ਲਈ ਨਿਸ਼ਚਿਤ ਸੀ। ਇਸ ਕਾਰਨ ਪਰਮੇਸ਼ਵਰ ਸੱਚਾਈ ਦੀ ਘੋਸ਼ਣਾ ਕਰਨ ਲਈ ਇਸ ਧਰਤੀ ਉੱਤੇ ਆਏ। ਉਹ 37 ਸਾਲਾਂ ਤੱਕ ਖੁਸ਼ਖਬਰੀ ਦੇ ਰਾਹ ਉੱਤੇ ਚੱਲੇ ਤਾਂ ਜੋ ਸਾਡੀਆਂ ਆਤਮਾਵਾਂ ਨੂੰ ਉਸ ਦੁਨੀਆ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ ਮਿਲ ਸਕੇ ਜਿੱਥੇ ਮੌਤ ਜਾਂ ਦੁੱਖ ਨਹੀਂ ਹੈ। ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਹ ਦੁਬਾਰਾ ਇਸ ਧਰਤੀ ਉੱਤੇ ਆਏ। ਜਦੋਂ ਉਹ ਧਰਤੀ ਉੱਤੇ 2000 ਸਾਲ ਪਹਿਲਾਂ ਆਏ ਤਦ ਉਹਨਾਂ ਨੂੰ ਸਲੀਬ ਉੱਤੇ ਭਿਆਨਕ ਮੁਸ਼ਕਲਾਂ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਕਿ ਬਾਈਬਲ ਵਿੱਚ ਇਹ ਨਹੀਂ ਲਿਖਿਆ ਕਿ ਜਦੋਂ ਉਹ ਪ੍ਰਾਰਥਨਾ ਕਰ ਰਹੇ ਸੀ ਉਹਨਾਂ ਦਾ ਪਸੀਨਾ ਮਨੋ ਲਹੂ ਦੀਆਂ ਵੱਡੀਆਂ ਵੱਡੀਆਂ ਬੂੰਦਾਂ ਦੇ ਵਾਂਗ ਸੀ? ਸਾਨੂੰ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਦੇਣ ਲਈ ਉਹਨਾਂ ਨੂੰ ਕਿੰਨਾ ਕਸ਼ਟ ਸਹਿਣਾ ਪਿਆ। ਪਰ ਪਰਮੇਸ਼ਵਰ ਇਸ ਧਰਤੀ ਉੱਤੇ ਦੂਸਰੀ ਵਾਰ ਆਏ ਜਿੱਥੇ ਉਹਨਾਂ ਦਾ ਅਪਮਾਨ ਕੀਤਾ ਗਿਆ, ਉਹਨਾਂ ਨੂੰ ਸਤਾਇਆ ਗਿਆ ਅਤੇ ਕਸ਼ਟ ਦਿੱਤੇ ਗਏ। ਇਸ ਦੁਆਰਾ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਅਸਲ ਵਿੱਚ ਸਾਡੇ ਪ੍ਰਤੀ ਪਰਮੇਸ਼ਵਰ ਦਾ ਪਿਆਰ ਕਿੰਨਾ ਮਹਾਨ ਹੈ। ਵਿਅਕਤੀ ਜੋ ਕਾਰ ਦੁਆਰਾ ਜ਼ਖਮੀ ਹੋਇਆ ਹੋਵੇ ਉਹ ਸਿਰਫ ਕਾਰ ਨੂੰ ਚਲਾਉਣ ਤੋਂ ਹੀ ਡਰੇਗਾ ਅਤੇ ਕੰਬੇਗਾ ਕਿਉਂਕਿ ਉਸ ਨੂੰ ਸਦਮਾ ਲੱਗਾ ਹੈ। ਪਰ ਪਰਮੇਸ਼ਵਰ ਨੇ ਸਰੀਰ ਦਾ ਤੰਬੂ ਪਾਇਆ ਤੇ ਦੂਸਰੀ ਵਾਰ ਇਸ ਧਰਤੀ ਉੱਤੇ ਆਏ। ਉਹ ਸਾਡੀ ਮੁਕਤੀ ਲਈ ਆਏ। ਆਓ ਅਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਨਾ ਭੁੱਲੀਏ ਪਰ ਉਸ ਮੁਕਤੀ ਨੂੰ ਫੜੀ ਰੱਖੀਏ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਮੈਂ ਆਸ ਕਰਦਾ ਹਾਂ ਕਿ ਉਹ ਦਿਨ ਜਲਦੀ ਹੀ ਆਵੇਗਾ ਜਦੋਂ ਅਸੀਂ ਪਿਤਾ ਦੀਆਂ ਬਾਹਾਂ ਵਿੱਚ ਹੋਵਾਂਗੇ। ਜਿਵੇਂ ਪਹਿਲੇ ਚਰਚ ਦੇ ਸੰਤਾਂ ਨੇ ਯਿਸੂ ਬਾਰੇ ਪ੍ਰਚਾਰ ਕੀਤਾ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਕੋਲ ਵੀ ਅਜਿਹਾ ਵਿਸ਼ਵਾਸ ਹੋਵੇਗਾ ਜੋ ਸਾਡੇ ਦਿਲ ਦੀ ਸੰਤੁਸ਼ਟੀ ਤੱਕ ਇਸ ਯੁੱਗ ਵਿੱਚ ਆਏ ਮਸੀਹੀ ਆਨਸੰਗ ਹੋਂਗ ਦਾ ਪ੍ਰਚਾਰ ਕਰਨ ਵਿੱਚ ਦ੍ਰਿੜ ਹੋਵੇ। ਤੁਹਾਡਾ ਬਹੁਤ ਬਹੁਤ ਧੰਨਵਾਦ।